ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। YouTube ਚੈਨਲ ਸਪੋਰਟ ਫॉर ਐਜੂਕੇਸ਼ਨ ਵਿੱਚ ਮੈਂ ਅਧਿਆਪਕ ਹਰਵਿੰਦਰ ਸਿੰਘ ਆਪ ਸਾਰਿਆਂ ਦਾ ਬਹੁਤ ਸਵਾਗਤ ਕਰਦਾ ਹਾਂ। ਤੇ ਅੱਜ ਅਸੀਂ ਕਰਾਂਗੇ 9ਵੀਂ ਜਮਾਤ ਦੀ ਪੰਜਾਬੀ ਪੁਸਤਕ ਸਾਹਿਤਮਾਲਾ ਵਿੱਚੋਂ ਕਵਿਤਾ ਦਾ ਨਾਂ ਹੈ ਨਵੀਂ ਪੁਰਾਣੀ ਤਹਿਜ਼ੀਬ, ਜਿਸ ਦੇ ਕਵੀ ਹਨ ਵਿਧਾਤਾ ਸਿੰਘ ਧੀਰ। ਦੋਸਤੋ, ਪਹਿਲਾਂ ਅਸੀਂ ਵਿਧਾਤਾ ਸਿੰਘ ਧੀਰ ਬਾਰੇ ਥੋੜਾ ਬਹੁਤ ਜਾਣ ਲੈਂਦੇ ਹਾਂ ਕਿ ਉਹਨਾਂ ਦਾ ਜਨਮ 15 ਅਗਸਤ 1909 ਈਸਵੀ ਨੂੰ ਹੋਇਆ ਸੀਗਾ। ਆਪ ਨੂੰ ਬਕਾਇਦਾ ਵਿੱਦਿਆ ਤਾਂ ਨਹੀਂ ਮਿਲੀ, ਪਰ ਆਪ ਆਪਣੇ ਸ਼ੌਂਕ ਨਾਲ ਹੀ ਪੜ੍ਹਦੇ ਰਹੇ ਤੇ ਆਪ ਜੀ ਨੇ ਅਕਾਲੀ ਲਹਿਰ ਦੇ ਅਸਰ ਹੇਠ ਲਿਖਣਾ ਸ਼ੁਰੂ ਕੀਤਾ। ਤੇ ਦੋਸਤੋ, ਪਹਿਲਾਂ ਅਸੀਂ ਇਸ ਕਵਿਤਾ ਨੂੰ ਪੜਾਂਗੇ, ਉਸ ਤੋਂ ਬਾਅਦ ਇਸ ਦੇ ਅਰਥ ਕਰਾਂਗੇ ਤੇ ਅੰਤ ਵਿੱਚ ਅਭਿਆਸ ਹੱਲ ਕਰਾਂਗੇ। ਤੇ ਜੇ ਤੁਸੀਂ ਅਜੇ ਤੱਕ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਹੀ ਨੋਟੀਫਿਕੇਸ਼ਨ ਆਈਕਨ ਦੀ ਘੰਟੀ ਵੀ ਵਜਾ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੇਂ ਵੀਡੀਓਜ਼ ਲੈ ਕੇ ਆਈਏ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਮਿਲ ਜਾਏ। ਆਓ ਸ਼ੁਰੂ ਕਰਦੇ ਹਾਂ। ਹੱਥ ਵੇਲਾ ਨਹੀਂ ਆਉਂਦਾ ਹੱਥੋਂ ਜੋ ਗਵਾਚ ਗਿਆ, ਉਹ ਜੋਬਨ ਨਹੀਂ ਮੁੜਦਾ ਜੋ ਪੱਤਰਾ ਵਾਚ ਗਿਆ। ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਹਨ, ਪਰ ਤਣਨਾ ਪੱਤਰਾਂ ਤੇ ਇਹ ਦਾਣੇ ਕਹਿ ਗਏ ਹਨ। ਤਦਬੀਰ ਲਿਆਵੇ ਕਿਵੇਂ ਤਕਦੀਰ ਜੋ ਲੈ ਗਈ ਹੈ, ਗੱਲਾਂ ਹਨ ਚਲੀਆਂ ਤਾਂ ਗੱਲ ਕਰਨੀ ਪੈ ਗਈ ਹੈ। ਇਸ ਵਿੱਚ ਕਵੀ ਕਹਿੰਦਾ ਹੈ ਜੋ ਵੇਲਾ ਇੱਕ ਵਾਰੀ ਚਲਾ ਜਾਂਦਾ ਹੈ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਤੇ ਜਵਾਨੀ ਯਾਨੀ ਕਿ ਜੋਬਨ ਜੋ ਇੱਕ ਵਾਰੀ ਚਲਾ ਜਾਂਦਾ ਹੈ ਉਹ ਦੁਬਾਰਾ ਵੀ ਵਾਪਸ ਨਹੀਂ ਆਉਂਦਾ। ਇਸੇ ਤਰ੍ਹਾਂ ਜਿਹੜੇ ਦਰਿਆਵਾਂ ਦਾ ਪਾਣੀ ਇੱਕ ਵਾਰ ਵਹਿ ਜਾਂਦਾ ਹੈ, ਚਲਾ ਜਾਂਦਾ ਹੈ, ਉਹ ਆਪਣੇ ਪਤਨਾਂ ਤੇ ਵਾਪਸ ਪਰਤ ਕੇ ਨਹੀਂ ਆਉਂਦਾ। ਤਦਬੀਰ ਦਾ ਅਰਥ ਹੁੰਦਾ ਹੈ ਤਰਕੀਬ ਜਾਂ ਯਤਨ। ਤੇ ਕਵੀ ਕਹਿੰਦਾ ਹੈ ਕਿ ਜੋ ਕਿਸਮਤ ਯਾਨੀ ਕਿ ਤਕਦੀਰ ਸਾਡਾ ਤੋਂ ਖੋ ਕੇ ਲੈ ਗਈ ਹੈ, ਅਸੀਂ ਕਿੰਨਾ ਵੀ ਯਤਨ ਕਰ ਲਈਏ ਉਹਨੂੰ ਵਾਪਸ ਨਹੀਂ ਲੈ ਕੇ ਆ ਸਕਦੇ। ਤੇ ਹੁਣ ਜਿਹੜੀ ਗੱਲਾਂ ਚੱਲੀਆਂ ਹਨ ਨਵੀਂ ਤੇ ਪੁਰਾਣੀ ਤਹਿਜ਼ੀਬ ਦੀ, ਉਹ ਤੇ ਹੁਣ ਸਾਨੂੰ ਕਰਨੀਆਂ ਹੀ ਪੈਣੀਆਂ ਹਨ। ਤਹਿਜ਼ੀਬ ਗਵਾਈ ਨਹੀਂ ਅਸਾਂ ਅਕਲ ਗਵਾ ਲਈ ਹੈ, ਕਪਲਾਗੂ ਦੇ ਕੇ ਕਰੋ ਇੱਕ ਖੋਤੀ ਵਟਾ ਲਈ ਹੈ। ਦੁੱਧ ਪੀਣੋਂ ਰਹਿ ਗਏ ਹਾਂ ਲਿੱਧ ਝੋਲੀ ਪਾ ਲਈ ਹੈ, ਕੀ ਲਈ ਤਹਿਜ਼ੀਬ ਨਵੀਂ ਗਲ ਜ਼ਹਿਮਤ ਪਾ ਲਈ ਹੈ। ਜੇ ਇਹ ਵੀ ਕਹਿ ਦਈਏ ਮਾਸਾ ਨਹੀਂ ਝੂਠ ਕੋਈ, ਰਿਸ਼ਿਆਂ ਦੇ ਚੌਂਕੇ ਵਿੱਚ ਪਸ਼ਚਮ ਦੀ ਝੂਠ ਕੋਈ। ਆਈ ਅਗਲੈਂਡ ਲਈ ਆ ਕੇ ਘਰ ਪਾ ਬੈਠੀ, ਭਾਰਤ ਦਾ ਸਾਊਪਣਾ ਸਭ ਰਿੰਨ ਕੇ ਖਾ ਬੈਠੀ। ਤੇ ਇਸ ਵਿੱਚ ਕਿਹਾ ਗਿਆ ਕਿ ਅਸੀਂ ਪੱਛਮੀ ਸੱਭਿਅਤਾ ਨੂੰ ਅਪਣਾ ਕੇ ਆਪਣੀ ਤਹਿਜ਼ੀਬ ਹੀ ਨਹੀਂ ਗਵਾਈ, ਆਪਣੀ ਸੱਭਿਅਤਾ ਹੀ ਨਹੀਂ ਗਵਾਈ, ਅਸੀਂ ਆਪਣੀ ਅਕਲ ਵੀ ਗਵਾ ਲਈ ਹੈ। ਤੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਅਸੀਂ ਕਪਲਾ ਗਊ ਦੇ ਬਹੁਤ ਫਾਇਦੇ ਹੁੰਦੇ ਹਨ, ਜੋ ਕਿ ਸਾਨੂੰ ਦੁੱਧ ਦਿੰਦੀ ਹੈ, ਪਨੀਰ ਦਿੰਦੀ ਹੈ, ਮੱਖਣ ਦਿੰਦੀ ਹੈ। ਤੇ ਹੁਣ ਅਸੀਂ ਗਊ ਨੂੰ ਦੇ ਕੇ ਖੋਤੀ ਨੂੰ ਲੈ ਲਿਆ ਹੈ ਤੇ ਹੁਣ ਸਾਨੂੰ ਦੁੱਧ ਵੀ ਨਹੀਂ ਮਿਲ ਰਿਹਾ ਤੇ ਹੁਣ ਸਾਡੀ ਝੋਲੇ ਵਿੱਚ ਖੋਤੇ ਦੀ ਲਿੱਦ ਹੈ ਉਹ ਪੈ ਗਈ ਹੈ। ਤੇ ਅਸੀਂ ਕਿਹੜੀ ਨਵੀਂ ਤਹਿਜ਼ੀਬ ਅਪਣਾਈ ਹੈ, ਸਾਨੂੰ ਤਾਂ ਰੋਗ ਹੀ ਲੱਗ ਗਿਆ, ਗਲ ਜ਼ਹਿਮਤ ਪਾ ਗਈ ਹੈ। ਇਹਦਾ ਅਰਥ ਹੈ ਕਿ ਸਾਡੇ ਗਲੇ ਤੇ ਰੋਗ ਹੀ ਲੱਗ ਗਿਆ ਹੈ। ਤੇ ਇਹ ਗੱਲ ਵੀ ਝੂਠ ਨਹੀਂ ਹੈ ਕਿ ਜਿਹੜੇ ਭਾਰਤ ਹੈ ਉਹ ਪਹਿਲਾਂ ਰਿਸ਼ੀਆਂ ਦਾ ਚੌਂਕਾ ਹੁੰਦਾ ਸੀਗਾ, ਪਰ ਉਸ ਵਿੱਚ ਹੁਣ ਪੱਛਮੀ ਝੂਠ ਹੈ ਉਹ ਆ ਗਈ ਹੈ, ਪੱਛਮ ਦੀ ਝੂਠ ਹੈ ਉਹ ਆ ਗਈ ਹੈ। ਯਾਨੀ ਕਿ ਪੱਛਮੀ ਸੱਭਿਅਤਾ ਦਾ ਅਸਰ ਕਾਫੀ ਹੋ ਗਿਆ ਹੁਣ ਲੋਕਾਂ ਤੇ। ਤੇ ਜਿਹੜੇ ਅੰਗਰੇਜ਼ ਲੋਕ ਹੈ ਉਹ ਭਾਰਤ ਵਿੱਚ ਵਪਾਰ ਕਰਨ ਆਏ ਸੀਗੇ, ਪਰ ਹੁਣ ਉਹ ਇੱਧਰ ਹੀ ਆ ਕੇ ਬੈਠ ਗਏ ਤੇ ਆਪਣੀ ਸੱਭਿਅਤਾ ਨੂੰ ਵੀ ਇੱਧਰ ਹੀ ਲੈ ਆਏ। ਤੇ ਉਹਦਾ ਅਸਰ ਕੀ ਹੋਇਆ ਕਿ ਜਿਹੜਾ ਭਾਰਤ ਦਾ ਸਾਊਪਣਾ ਸੀਗਾ, ਜਿਹੜੀ ਭਾਰਤ ਦੀ ਸ਼ਰਾਫਤ ਸੀਗੀ, ਉਹ ਬਿਲਕੁਲ ਹੀ ਹੁਣ ਖਤਮ ਹੋ ਗਈ ਹੈ। ਜੋ ਅੱਜ ਤੱਕ ਨਹੀਂ ਆਖੀ ਉਹ ਆਖੀ ਜਾਣੀ ਹੈ, ਉਹ ਦੁੱਧ ਸੀ ਬਰਕਤ ਦਾ ਇਹ ਫੁੱਟਦਾ ਪਾਣੀ ਹੈ। ਉਹ ਜੀਵਨ ਦਿੰਦੀ ਸੀ ਇਹ ਜੀਵਨ ਲੈਂਦੀ ਹੈ, ਉਹ ਖਾਣ ਨੂੰ ਦਿੰਦੀ ਸੀ ਇਹ ਖਾਣ ਨੂੰ ਪੈਂਦੀ ਹੈ। ਉਹ ਬਾਂਹ ਬਣਾਉਂਦੀ ਸੀ ਇਹ ਬਾਹਾਂ ਪੰਦੀ ਹੈ, ਉਹ ਪੋਲੀ ਪਾਲੀ ਸੀ ਇਹ ਚੰਚਲ ਮੰਦੀ ਹੈ। ਉਹ ਵੀਰ ਮਨਾਉਂਦੀ ਸੀ ਇਹ ਵੀਰ ਲੜਾਉਂਦੀ ਹੈ, ਉਹ ਛਾਵੇਂ ਸੁੱਟਦੀ ਸੀ ਇਹ ਸੁੱਕਣੇ ਪਾਉਂਦੀ ਹੈ। ਉਸ ਵਿੱਚ ਇੱਕ ਕਰਦਾ ਸੀ ਸਭ ਟੱਬਰ ਖਾਂਦਾ ਸੀ ਸਮੇਂ ਆਜ਼ਾਦੀ ਦੇ
ਹਿੰਦ ਟੋਲੇ ਗਾਉਂਦਾ ਸੀ। ਅਤੇ ਇਸ ਵਿੱਚ ਨਵੇਂ ਅਤੇ ਪੁਰਾਣੇ ਸਮੇਂ ਨੂੰ ਹੈ ਉਹ ਕੰਪੇਅਰ ਕੀਤਾ ਗਿਆ। ਅਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਨਵੀਂ ਅਤੇ ਪੁਰਾਣੀ ਤਹਿਜ਼ੀਬ ਨੂੰ ਵੀ ਕੰਪੇਅਰ ਕੀਤਾ ਗਿਆ ਕਿ ਕਵੀ ਕਹਿੰਦਾ ਕਿ ਜੋ ਅੱਜ ਤੱਕ ਕਿਸੇ ਨੇ ਗੱਲ ਨਹੀਂ ਆਖੀ ਉਹ ਹੁਣ ਸਾਨੂੰ ਕਰਨੀ ਪੈਣੀ ਹੈ। ਜਿਹੜਾ ਪੁਰਾਣਾ ਸਮਾਂ ਉਹ ਦੁੱਧ ਸੀਗਾ ਬਰਕਤ ਦਾ, ਪਰ ਹੁਣ ਨਵਾਂ ਸਮਾਂ ਨਵੀਂ ਸੱਭਿਅਤਾ ਉਹ ਫੁੱਟ ਦਾ ਪਾਣੀ ਹੈ ਕਿ ਹੁਣ ਲੋਕਾਂ ਵਿੱਚ ਇਹ ਫੁੱਟ ਪਈ ਰਹਿੰਦੀ ਹੈ। ਅਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਜਿਹੜੇ ਪਹਿਲਿਆਂ ਦੇ ਲੋਕੀ ਹੈ, ਪਹਿਲੀ ਸੱਭਿਅਤਾ ਵਿੱਚ ਲੋਕ ਹੈ ਉਹ ਮਿਲ ਕੇ ਰਹਿੰਦੇ ਸੀਗੇ, ਬਟ ਹੁਣ ਦੇ ਲੋਕ ਹੈ ਜਿਹੜੇ ਉਹ ਮਿਲ ਕੇ ਨਹੀਂ ਰਹਿੰਦੇ। ਪਹਿਲਾਂ ਦੇ ਲੋਕ ਭੋਲੇ ਭਾਲੇ ਸੀਗੇ, ਬਟ ਹੁਣ ਦੇ ਲੋਕ ਹੈ ਉਹ ਚੰਚਲ ਮੰਨਦੇ ਹੈ, ਯਾਨੀ ਕਿ ਪੁਰਾਣੀ ਸੱਭਿਅਤਾ ਵਿੱਚ ਲੋਕ ਹੈ ਉਹ ਭੋਲੇ ਭਾਲੇ ਸੀਗੇ। ਉਹ ਵੀਰ ਮਨਾਉਂਦੀ ਸੀ, ਇਹ ਵੀਰ ਲੜਾਉਂਦੀ ਹੈ ਕਿ ਪਹਿਲੀ ਸੱਭਿਅਤਾ ਵਿੱਚ ਲੋਕ ਹੈ ਉਹ ਭਰਾ ਬਣ ਕੇ ਰਹਿੰਦੇ ਸੀਗੇ, ਪਰ ਹੁਣ ਕੀ ਹੋ ਰਿਹਾ ਕਿ ਜਿਹੜੇ ਭਰਾ ਵੀ ਆਪਸ ਵਿੱਚ ਉਹ ਲੜ ਰਹੇ ਨੇ। ਉਹ ਛਾਵੇਂ ਸੁੱਟਦੀ ਸੀ, ਇਹ ਸੁੱਕਣੇ ਪਾਉਂਦੀ ਹੈ। ਕੀ ਹੁੰਦਾ ਕਿ ਜਿਵੇਂ ਅਸੀਂ ਕੱਪੜੇ ਸੁਕਾਉਂਦੇ ਹਾਂ ਅਤੇ ਜੇ ਛਾਵੇਂ ਸੁਟਾਈਏ ਤਾਂ ਉਹਨਾਂ ਨੂੰ ਠੰਡਕ ਮਿਲਦੀ ਹੈ, ਅਤੇ ਜੇ ਸੁੱਕਣੇ ਪਾਈਏ ਤਾਂ ਉਹ ਗਰਮ ਹੋ ਕੇ ਧੁੱਪ ਲੱਗ ਕੇ ਗਰਮ ਹੋ ਕੇ ਉਹ ਸੁੱਕਦੇ ਹਨ। ਅਤੇ ਇਸੇ ਤਰ੍ਹਾਂ ਹੀ ਪੁਰਾਣੇ ਲੋਕਾਂ ਵਿੱਚ ਕੀ ਹੁੰਦਾ ਕਿ ਲੋਕਾਂ ਨੂੰ ਠੰਡਕ ਮਿਲਦੀ ਸੀਗੀ, ਬਟ ਹੁਣ ਨਵੀਂ ਸੱਭਿਅਤਾ ਲੋਕਾਂ ਵਿੱਚ ਜਿਹੜੀ ਅੱਗ ਹੈ ਉਹ ਲਗਾ ਰਹੀ ਹੈ। ਅਤੇ ਪਹਿਲਾਂ ਇੱਕ ਬੰਦਾ ਕੰਮ ਕਰਦਾ ਸੀਗਾ ਅਤੇ ਪੂਰਾ ਟੱਬਰ ਹੀ ਉਹ ਖਾਂਦਾ ਸੀਗਾ, ਅਤੇ ਉਹ ਆਜ਼ਾਦੀ ਦਾ ਸਮੇਂ ਸੀਗਾ ਜਿਸ ਵਿੱਚ ਭਾਰਤ ਹੈ ਆਜ਼ਾਦੀ ਦੇ ਢੋਲੇ ਗਾਉਂਦਾ ਸੀਗਾ, ਆਜ਼ਾਦੀ ਦੇ ਗੀਤ ਗਾਉਂਦਾ ਸੀਗਾ। ਇਸ ਵਿੱਚ ਮਰ ਮਰ ਕੇ ਵੀ ਸਭ ਭੁੱਖੇ ਮਰਦੇ ਹਨ, ਹੋਕੇ ਦਿਨ ਰਾਤ ਭਰਨ ਪਰ ਪੇਟ ਨਾ ਭਰਦੇ ਹਨ। ਕਿਰਤੀ ਦੀ ਛਾਤੀ ਤੇ ਇਹ ਮੂੰਗ ਪਈ ਦਲਦੀ ਹੈ, ਰਤ ਪੀ ਪੀ ਲਿੱਸਿਆਂ ਦੀ ਇਹਦੀ ਗੋਗੜ ਪਲਦੀ ਹੈ। ਬਿਜਲੀ ਦੇ ਲੱਟੂ ਜੋ ਇਸ ਦੇ ਘਰ ਜਗਦੇ ਹਨ, ਉਹ ਨੈਣ ਗਰੀਬਾਂ ਦੇ ਕੱਢੇ ਹੋਏ ਲੱਗਦੇ ਹਨ। ਖਲਾਲਾ ਲੋਕਾਂ ਦੀ ਇਹ ਸੂਟ ਸਮਾਉਂਦੀ ਹੈ, ਪੀ ਪੀ ਮਜ਼ਦੂਰਾਂ ਨੂੰ ਇਹ ਪਾਊਡਰ ਲਾਉਂਦੀ ਹੈ। ਆ ਕੇ ਇਸ ਚੰਦਰੀ ਨੇ ਹੋਣੀ ਵਰਤਾ ਦਿੱਤੀ, ਲਾਲੀ ਸਭ ਭਾਰਤ ਦੀ ਟੰਗ ਨਾਲ ਉਡਾ ਦਿੱਤੀ। ਅਤੇ ਇਹਨਾਂ ਸਤਰਾਂ ਦਾ ਅਰਥ ਹੈ ਕਿ ਜਿਵੇਂ ਪਹਿਲਾਂ ਅਸੀਂ ਗੱਲ ਕੀਤੀ ਹੈ ਕਿ ਇੱਕ ਬੰਦਾ ਕੰਮ ਕਰਦਾ ਸੀ ਅਤੇ ਸਾਰੇ ਹੀ ਰਲ ਮਿਲ ਕੇ ਖਾਂਦੇ ਸੀਗੇ, ਪਰ ਹੁਣ ਸਾਰੇ ਹੀ ਮਰ ਕੇ ਕੰਮ ਕਰ ਰਹੇ ਹਨ ਅਤੇ ਫਿਰ ਵੀ ਭੁੱਖੇ ਹੀ ਮਰ ਰਹੇ ਹਨ, ਅਤੇ ਆਪਣਾ ਉਹ ਲੋਕੀ ਪੇਟ ਵੀ ਨਹੀਂ ਭਰ ਸਕਦੇ। ਅਤੇ ਫਿਰ ਅਮੀਰ ਲੋਕਾਂ ਜਿਹੜੇ ਕਿ ਮਜ਼ਦੂਰਾਂ ਜਾਂ ਗਰੀਬਾਂ ਦਾ ਖੂਨ ਚੂਸਦੇ ਹਨ, ਉਹਨਾਂ ਦੀ ਗੱਲ ਕੀਤੀ ਗਈ ਹੈ ਕਿ ਉਹ ਲੋਕਾਂ ਦਾ ਲਹੂ ਪੀ ਕੇ ਆਪਣੀ ਗੋਗੜ ਯਾਨੀ ਕਿ ਆਪਣਾ ਪੇਟ ਹੈ ਉਹ ਪਾਲ ਰਹੇ ਹਨ। ਅਤੇ ਉਹਨਾਂ ਦੇ ਘਰ ਜਿਹੜੇ ਬਿਜਲੀ ਦੇ ਲੱਟੂ ਯਾਨੀ ਕਿ ਉਹਨਾਂ ਦੇ ਘਰ ਜੋ ਬਿਜਲੀ ਚੱਲ ਰਹੀ ਹੈ, ਇਸ ਤਰ੍ਹਾਂ ਲੱਗਦਾ ਕਿ ਗਰੀਬਾਂ ਦੀ ਅੱਖਾਂ, ਗਰੀਬਾਂ ਦੇ ਕੱਢੇ ਹੋਏ ਨੈਣ ਹੈ ਉਹ ਜਲ ਰਹੇ ਹਨ। ਅਤੇ ਲੋਕਾਂ ਦੀ ਖਲ ਲਾ ਲਾ ਕੇ ਯਾਨੀ ਕਿ ਗਰੀਬ ਲੋਕਾਂ ਦਾ ਹੱਕ ਮਾਰ ਕੇ ਜਿਹੜੇ ਅਮੀਰ ਲੋਕ ਹੈ ਉਹ ਆਪਣਾ ਸੂਟ ਹੈ ਉਹ ਸਿਲਾ ਰਹੇ ਨੇ। ਅਤੇ ਮਜ਼ਦੂਰਾਂ ਦੀਆਂ ਹੱਡੀਆਂ ਨੂੰ ਪੀ ਕੇ ਪਾਊਡਰ ਹੈ ਉਹ ਬਣ ਰਿਹਾ, ਅਤੇ ਜਿਹੜੇ ਅਮੀਰ ਲੋਕ ਹੈ ਉਹ ਪਾਊਡਰ ਨੂੰ ਲਗਾ ਰਹੇ ਨੇ। ਅਤੇ ਪੱਛਮੀ ਸੱਭਿਅਤਾ ਨੇ ਇੱਕ ਇਸ ਤਰ੍ਹਾਂ ਦੀ ਹੋਣੀ ਵਰਤਾ ਦਿੱਤੀ ਹੈ ਕਿ ਆਪਣੇ ਢੰਗ ਨਾਲ ਹੀ ਭਾਰਤ ਦੀ ਪੂਰੀ ਲਾਲੀ ਹੈ ਉਹ ਉਡਾ ਦਿੱਤੀ ਹੈ, ਯਾਨੀ ਕਿ ਭਾਰਤ ਦੀ ਸ਼ਾਨ ਨੂੰ ਖਤਮ ਕਰ ਦਿੱਤਾ ਹੈ। ਪਿਛਲੇ ਵਰਿਆਮਾਂ ਦੇ ਹੁਣ ਨਾਵੇਂ ਰਹਿ ਗਏ ਹਨ, ਅੱਜ ਕੱਲ੍ਹ ਦੇ ਗੱਭਰੂ ਤਾਂ ਪਰਛਾਵੇਂ ਰਹਿ ਗਏ ਹਨ। ਪਹਿਲੀ ਦੀ ਵਾਟ ਕਰਨ ਤਾਂ ਕੋਠੀ ਹਿਲਦੀ ਹੈ, ਮੂੰਗੀ ਦੀ ਦਾਲ ਪਈ ਨਾ ਢਿੱਡ ਵਿੱਚ ਗਲਦੀ ਹੈ। ਇਹ ਬਿਜਲੀ ਕੜਕ ਪਈ ਭਾਰਤ ਦੇ ਵੇਸਾਂ 'ਤੇ, ਇਸ ਕੈਂਚੀ ਧਰ ਦਿੱਤੀ ਕੁੜੀਆਂ ਦੀਆਂ ਕੇਸਾਂ 'ਤੇ। ਕੀ ਹੈ ਤਹਿਜ਼ੀਬ ਨਵੀਂ ਟਿੱਕਾ ਬਦਨਾਮੀ ਦਾ, ਹਿੰਦੇ ਗਲ ਲਟਕ ਗਿਆ ਇੱਕ ਤੋਕ ਗੁਲਾਮੀ ਦਾ। ਅਤੇ ਇਸ ਵਿੱਚ ਕਿਹਾ ਗਿਆ ਕਿ ਪਹਿਲਾਂ ਵਰਿਆਮ ਦਾ ਅਰਥ ਹੁੰਦਾ ਯੋਧਾ, ਬਹਾਦਰ ਯੋਧਾ। ਅਤੇ ਪਹਿਲਾਂ ਦੇ ਲੋਕ ਬਹੁਤ ਬਹਾਦਰ ਹੁੰਦੇ ਸੀਗੇ, ਬਹੁਤ ਯੋਧੇ ਹੁੰਦੇ ਸੀਗੇ, ਅਤੇ ਹੁਣ ਬਹਾਦਰ ਯੋਧਿਆਂ ਦੇ ਸਿਰਫ ਨਾਂ ਹੀ ਰਹਿ ਗਏ ਹਨ। ਅਤੇ ਅੱਜ ਕੱਲ੍ਹ ਦੇ ਜਿਹੜੇ ਗੱਭਰੂ ਜਵਾਨ ਲੋਕ ਹਨ ਉਹ ਤਾਂ ਉਹਨਾਂ ਦੇ ਪਰਛਾਵੇਂ ਹੀ ਬਣ ਕੇ ਰਹਿ ਗਏ ਹਨ, ਯਾਨੀ ਕਿ ਬਹੁਤ ਕਮਜ਼ੋਰ ਹਨ। ਅਤੇ ਪਹਿਲੀ ਦੀ ਵਾਟ ਕਰਨ ਦਾ ਅਰਥ ਹੈ ਜੇ ਹੁਣ ਖੇਤਾਂ ਵਿੱਚ ਜਾਣਾ ਪੈ ਜਾਏ ਅੱਜ ਕੱਲ੍ਹ ਦੇ ਲੋਕਾਂ ਨੂੰ ਤਾਂ ਕੋਠੀ ਹਿਲਦੀ ਹੈ, ਇਸ ਦਾ ਭਾਵ ਹੈ ਤਾਂ ਉਹਨਾਂ ਦਾ ਦਿਲ ਹੈ ਉਹ ਧੜਕਣ ਲੱਗ ਜਾਂਦਾ ਹੈ। ਮੂੰਗੀ ਦੀ ਦਾਲ ਪਈ ਨਾ ਢਿੱਡ ਵਿੱਚ ਗਲਦੀ ਹੈ, ਕਿ ਅੱਜ ਕੱਲ੍ਹ ਦੇ ਲੋਕਾਂ ਦਾ ਹਾਜ਼ਮਾ ਇੰਨਾ ਕਮਜ਼ੋਰ ਹੈ ਕਿ ਉਹ ਮੂੰਗੀ ਦੀ ਦਾਲ ਵੀ ਉਹਨਾਂ ਦੇ ਢਿੱਡ ਵਿੱਚ ਗਲ ਨਹੀਂ ਸਕਦੀ।
ਤੇ ਇਹ ਬਿਜਲੀ ਕੜਕ ਪਈ ਭਾਰਤ ਦੇ ਵੇਸਾਂ ਵਿੱਚ। ਵੇਸਾ ਹੁੰਦਾ ਪਹਿਰਾਵਾ, ਤੇ ਭਾਰਤ ਦੇ ਵੇਸਾਂ ਵਿੱਚ ਇੱਕ ਹੋਰ ਬਿਜਲੀ ਕੜਕ ਗਈ ਹੈ ਕਿ ਜਿਹੜੀ ਕੁੜੀਆਂ ਹੈਗੀਆਂ ਉਹ ਵੀ ਆਪਣੇ ਕੇਸਾਂ ਦੇ ਉੱਪਰ ਕੈਂਚੀਆਂ ਉਹ ਚਲਾ ਰਹੀਆਂ ਹਨ। ਇਹ ਸਭ ਪੱਛਮੀ ਸੱਭਿਅਤਾ ਦਾ ਹੀ ਅਸਰ ਹੈ। ਫਿਰ ਕਵੀ ਪੁੱਛਦਾ ਕਿ ਇਹ ਨਵੀਂ ਤਹਿਜ਼ੀਬ ਹੈ, ਨਵੀਂ ਸੱਭਿਅਤਾ ਹੈ, ਜਾਂ ਇਹ ਇੱਕ ਬਦਨਾਮੀ ਦਾ ਟਿੱਕਾ ਹੈ। ਹਿੰਦ ਦੇ ਗਲ ਲਟਕ ਗਿਆ ਇੱਕ ਤੋਕ ਗੁਲਾਮੀ ਦਾ, ਜਾਂ ਭਾਰਤ ਦੇ ਗਲੇ ਵਿੱਚ ਲਟਕਿਆ ਹੋਇਆ ਗੁਲਾਮੀ ਦਾ ਇੱਕ ਪੱਟਾ ਹੈ। ਤੇ ਦੋਸਤੋ, ਐਸੀ ਕੀ ਕਵਿਤਾ ਨਵੀਂ ਪੁਰਾਣੀ ਤਹਿਜ਼ੀਬ। ਤੇ ਇਸ ਵਿੱਚ ਕੀ ਹੈ ਕਿ ਨਵੀਂ ਸੱਭਿਅਤਾ ਤੇ ਪੁਰਾਣੀ ਸੱਭਿਅਤਾ ਦਾ ਟਾਕਰਾ ਕੀਤਾ ਗਿਆ, ਕੰਪੈਰੀਜ਼ਨ ਕੀਤਾ ਗਿਆ ਹੈ। ਤੇ ਪਹਿਲਾਂ ਦੇ ਲੋਕ ਬਹੁਤ ਸਾਦਾ ਜੀਵਨ ਬਤੀਤ ਕਰਦੇ ਸੀਗੇ, ਉਹਨਾਂ ਵਿੱਚ ਪ੍ਰੇਮ ਪਿਆਰ, ਸਾਊਪਣਾ, ਪਵਿੱਤਰਤਾ, ਸਾਦਗੀ ਹੁੰਦੀ ਸੀਗੀ। ਪਰ ਅੱਜ ਕੱਲ੍ਹ ਦੇ ਲੋਕਾਂ ਦਾ ਜਿਹੜਾ ਸਰੀਰ ਉਹ ਕਾਫੀ ਕਮਜ਼ੋਰ ਹੈ। ਅੱਜ ਕੱਲ੍ਹ ਕਿਰਤੀਆਂ ਦੀ ਲੁੱਟ ਚੱਲ ਰਹੀ ਹੈ, ਲੋਕਾਂ ਵਿੱਚ ਵੈਰ ਵਿਰੋਧ ਬਹੁਤ ਹੈ। ਤੇ ਅੱਜ ਕੱਲ੍ਹ ਦੀ ਜਿਹੜੀਆਂ ਕੁੜੀਆਂ ਉਹਨਾਂ ਦੇ ਸਿਰ ਤੇ ਵੀ ਕੈਂਚੀ ਹੈ ਉਹ ਲੱਗ ਰਹੀ ਹੈ। ਇਸ ਕਰਕੇ ਇਸ ਸੱਭਿਅਤਾ ਨੂੰ ਭਾਰਤ ਦੇ ਮੱਥੇ ਉੱਤੇ ਕਲੰਕ ਹੈ ਉਹ ਸਮਝਣਾ ਚਾਹੀਦਾ ਹੈ। ਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਕਵਿਤਾ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ। ਤੇ ਹੁਣ ਸਮਾਂ ਇਸ ਪਾਠ ਦਾ ਅਭਿਆਸ ਹੱਲ ਕਰਨ ਦਾ। ਤੇ ਸਭ ਤੋਂ ਪਹਿਲਾ ਸਵਾਲ ਹੈ, ਨਵੀਂ ਪੁਰਾਣੀ ਤਹਿਜ਼ੀਬ ਕਵਿਤਾ ਦਾ ਕੇਂਦਰੀ ਭਾਵ ਲਿਖੋ। ਤੇ ਇਸ ਦਾ ਉੱਤਰ ਹੈ, ਇਸ ਕਵਿਤਾ ਵਿੱਚ ਕਵੀ ਨੇ ਦੱਸਿਆ ਹੈ ਕਿ ਭਾਰਤ ਦੀ ਪੁਰਾਣੀ ਸੱਭਿਅਤਾ ਵਿੱਚ ਲੋਕ ਬਹੁਤ ਹੀ ਸਾਦਾ ਜੀਵਨ ਬਤੀਤ ਕਰਦੇ ਸਨ। ਉਹਨਾਂ ਵਿੱਚ ਪ੍ਰੇਮ ਪਿਆਰ, ਸਾਊਪਣਾ, ਪਵਿੱਤਰਤਾ ਤੇ ਸਾਦਗੀ ਸੀ। ਪਰੰਤੂ ਅੱਜ ਦੀ ਸੱਭਿਅਤਾ ਕਮਜ਼ੋਰ ਸਰੀਰ ਵਾਲੇ ਗੱਭਰੂਆਂ, ਕਿਰਤੀਆਂ ਦੀ ਲੁੱਟ, ਵੈਰ ਵਿਰੋਧ ਤੇ ਫੈਸ਼ਨਾਂ ਨਾਲ ਭਰਪੂਰ ਹੈ, ਜਿਸ ਕਰਕੇ ਇਸ ਸੱਭਿਅਤਾ ਨੂੰ ਭਾਰਤ ਦੇ ਮੱਥੇ ਉੱਤੇ ਕਲੰਕ ਸਮਝਣਾ ਚਾਹੀਦਾ ਹੈ। ਦੂਜਾ ਸਵਾਲ ਹੈ, ਕਵੀ ਨੇ ਨਵੀਂ ਤਹਿਜ਼ੀਬ ਨਾਲੋਂ ਪੁਰਾਣੀ ਤਹਿਜ਼ੀਬ ਨੂੰ ਬਿਹਤਰ ਸਮਝਦਿਆਂ ਕਿਹੜੀਆਂ-ਕਿਹੜੀਆਂ ਸਿਫਤਾਂ ਕੀਤੀਆਂ ਹਨ? ਆਪਣੇ ਸ਼ਬਦਾਂ ਵਿੱਚ ਲਿਖੋ। ਇਸ ਵਿੱਚ ਅਸੀਂ ਲਿਖਣਾ ਹੈ, ਇਸ ਵਿੱਚ ਕਵੀ ਨੇ ਨਵੀਂ ਅਤੇ ਪੁਰਾਣੀ ਸੱਭਿਅਤਾ ਦਾ ਟਾਕਰਾ ਕਰਕੇ ਦੱਸਿਆ ਹੈ ਕਿ ਪੁਰਾਣੀ ਤਹਿਜ਼ੀਬ ਨਵੀਂ ਤਹਿਜ਼ੀਬ ਨਾਲੋਂ ਕਈ ਗੁਣਾ ਚੰਗੀ ਹੈ। ਉਸ ਦੇ ਵਿਚਾਰ ਅਨੁਸਾਰ ਪੁਰਾਣੇ ਰਸਮਾਂ ਰਿਵਾਜ ਲੋਕਾਂ ਵਿੱਚ ਭਾਈਚਾਰਾ, ਆਪਸੀ ਪਿਆਰ, ਇੱਕ ਦੂਜੇ ਨਾਲ ਹਮਦਰਦੀ ਪ੍ਰਗਟ ਕਰਦੇ ਸਨ। ਲੋਕ ਰਲ ਕੇ ਰਹਿੰਦੇ ਸਨ, ਵੰਡ ਕੇ ਖਾਂਦੇ ਸਨ ਅਤੇ ਇੱਕ ਦੂਜੇ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਸਨ। ਪਰ ਨਵੀਂ ਸੱਭਿਅਤਾ ਨੇ ਮਨੁੱਖੀ ਮਨ ਨੂੰ ਚੰਚਲ ਬਣਾ ਦਿੱਤਾ ਹੈ। ਉਹ ਸਿਰਫ ਆਪਣੇ ਬਾਰੇ ਹੀ ਸੋਚਦਾ ਹੈ। ਤੇ ਅਗਲਾ ਪ੍ਰਸ਼ਨ ਹੈ, ਹੇਠ ਲਿਖੇ ਕਾਵ ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਪਿਛਲੇ ਵਰਿਆਵਾਂ ਦੇ ਹੁਣ ਨਾਵੇਂ ਰਹਿ ਗਏ ਹਨ, ਅੱਜ ਕੱਲ੍ਹ ਦੇ ਗੱਭਰੂ ਤਾਂ ਪਰਛਾਵੇਂ ਰਹਿ ਗਏ ਹਨ। ਤੇ ਦੋਸਤੋ, ਇਸ ਪ੍ਰਸ਼ਨ ਨੂੰ ਧਿਆਨ ਨਾਲ ਸੁਣਨਾ ਕਿਉਂਕਿ ਇਹ ਲਿਖਤੀ ਰੂਪ ਵਿੱਚ ਤੁਹਾਡੇ ਸਾਹਮਣੇ ਨਹੀਂ ਆਏਗਾ। ਤੇ ਪ੍ਰਸੰਗ ਵਿੱਚ ਅਸੀਂ ਲਿਖਣਾ ਹੈ, ਇਹ ਕਾਵ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਧੀਰ ਦੀ ਲਿਖੀ ਹੋਈ ਕਵਿਤਾ ਨਵੀਂ ਪੁਰਾਣੀ ਤਹਿਜ਼ੀਬ ਵਿੱਚੋਂ ਲਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਕਵੀ ਨੇ ਪੁਰਾਣੇ ਅਤੇ ਨਵੇਂ ਸਮੇਂ ਦੇ ਗੱਭਰੂਆਂ ਦਾ ਟਾਕਰਾ ਕੀਤਾ ਹੈ। ਤੇ ਵਿਆਖਿਆ ਵਿੱਚ ਅਸੀਂ ਲਿਖਣਾ ਹੈ, ਕਵੀ ਕਹਿੰਦਾ ਹੈ ਕਿ ਨਵੀਂ ਸੱਭਿਅਤਾ ਵਿੱਚ ਹੁਣ ਕੋਈ ਨੌਜਵਾਨ ਪੁਰਾਣੇ ਬਹਾਦਰ ਸੂਰਮਿਆਂ ਵਰਗਾ ਨਹੀਂ ਦਿਖਾਈ ਦਿੰਦਾ। ਬਸ ਹੁਣ ਤਾਂ ਪੁਰਾਣੇ ਸੂਰਮਿਆਂ ਦੇ ਨਾਂ ਹੀ ਰਹਿ ਗਏ ਹਨ। ਅਜਿਹੇ ਗੱਭਰੂ ਤਾਂ ਹੁਣ ਪਰਛਾਵੇਂ ਵਰਗੇ ਕਮਜ਼ੋਰ ਹੀ ਰਹਿ ਗਏ ਹਨ। ਦੂਜਾ ਹੈ, ਕਿਰਤੀ ਦੀ ਛਾਤੀ ਤੇ ਐ ਮੂੰਗ ਪਈ ਦਲਦੀ ਹੈ, ਰਤ ਪੀ ਪੀ ਲਿਸਿਆਂ ਦੀ ਇਹਦੀ ਗੋਗੜ ਪਲਦੀ ਹੈ। ਤੇ ਇਹਦਾ ਪ੍ਰਸੰਗ ਅਸੀਂ ਲਿਖਣਾ, ਇਹ ਕਾਵ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਧੀਰ ਦੀ ਲਿਖੀ ਕਵਿਤਾ ਨਵੀਂ ਪੁਰਾਣੀ ਤਹਿਜ਼ੀਬ ਵਿੱਚੋਂ ਲਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਕਵੀ ਨਵੀਂ ਸੱਭਿਅਤਾ ਵਿੱਚ ਸਰਮਾਏਦਾਰਾਂ ਦੁਆਰਾ ਕਿਰਤੀਆਂ ਦੀ ਲੁੱਟ ਬਾਰੇ ਦੱਸਦਾ ਹੈ। ਤੇ ਵਿਆਖਿਆ ਵਿੱਚ ਅਸੀਂ ਲਿਖਣਾ, ਕਵੀ ਕਹਿੰਦਾ ਹੈ ਕਿ ਨਵੀਂ ਸੱਭਿਅਤਾ
ਕਿਰਤੀਆਂ ਦੀ ਛਾਤੀ ਤੇ ਮੂੰਗ ਦਲਣ ਦਾ ਕੰਮ ਕਰਦੀ ਹੈ। ਇਹ ਗਰੀਬ ਕਿਰਤੀਆਂ ਲੋਕਾਂ ਦਾ ਲਹੂ ਪੀ ਕੇ ਸਰਮਾਏਦਾਰ ਦੀ ਗੁੱਗੜ ਨੂੰ ਪਾਲਦੀ ਹੈ। ਤੇ ਦੋਸਤੋ, ਹੁਣ ਅਸੀਂ ਕੁਝ ਵਸਤੂਨਿਸ਼ਟ ਪ੍ਰਸ਼ਨ ਕਰ ਲੈਂਦੇ ਹਾਂ। ਤੇ ਪਹਿਲਾ ਹੈ, ਕਵੀ ਅਨੁਸਾਰ ਪੱਛਮੀ ਸੱਭਿਅਤਾ ਕਾਰਨ ਕਿਹਨਾਂ ਦੇ ਮਹਿਰੇ ਕਮਜ਼ੋਰ ਹੋ ਗਏ ਹਨ? ਤੇ ਇਸ ਦਾ ਉੱਤਰ ਹੈ ਗੱਭਰੂਆਂ ਦੇ। ਦੂਜਾ, ਨਵੀਂ ਪੁਰਾਣੀ ਤਹਿਜ਼ੀਬ ਕਿਸ ਕਵੀ ਦੀ ਰਚਨਾ ਹੈ? ਵਿਧਾਤਾ ਸਿੰਘ ਧੀਰ। ਕਵੀ ਅਨੁਸਾਰ ਪੁਰਾਣੀ ਤਹਿਜ਼ੀਬ ਕਿਸ ਦੇ ਬਰਾਬਰ ਸੀ? ਕਪਲਾ ਗਊ ਦੇ। ਕਵੀ ਨਵੀਂ ਤਹਿਜ਼ੀਬ ਨੂੰ ਕੀ ਕਰਾਰ ਦਿੰਦਾ ਹੈ? ਝੂਠ। ਕਵੀ ਨੂੰ ਅੱਜ ਕੱਲ੍ਹ ਦੇ ਗੱਭਰੂ ਕੀ ਜਾਪਦੇ ਹਨ? ਪਰਛਾਵੇਂ। ਕਵੀ ਕਿਸ ਨੂੰ ਗੁਲਾਮੀ ਦਾ ਤੂਕ ਕਰਾਰ ਦਿੰਦਾ ਹੈ? ਪੱਛਮੀ ਤਹਿਜ਼ੀਬ ਨੂੰ। ਦਰਿਆਵਾਂ ਤੇ ਪਾਣੀ ਵਗ ਕੇ ਮੁੜ ਕਿੱਥੇ ਨਹੀਂ ਪਰਤਦੇ? ਪਤਣਾ ਉੱਤੇ। ਅਸੀਂ ਆਪਣੀ ਤਹਿਜ਼ੀਬ ਨੂੰ ਗਵਾ ਕੇ ਹੋਰ ਕੀ ਗਵਾ ਲਿਆ ਹੈ? ਅਕਲ। ਅਸੀਂ ਆਪਣੇ ਘਰੋਂ ਕੀ ਦੇ ਕੇ ਖੋਤੀ ਵਟਾ ਲਈ ਹੈ? ਕਪਲਾ ਗਊ। ਨਵੀਂ ਤਹਿਜ਼ੀਬ ਕਿਸ ਦੀ ਛਾਤੀ ਉੱਤੇ ਮੂੰਗ ਦਲਦੀ ਹੈ? ਕਿਰਤੀ ਦੀ। ਨਵੀਂ ਤਹਿਜ਼ੀਬ ਭਾਰਤ ਦੇ ਗਲ ਵਿੱਚ ਕਿਸ ਤਰ੍ਹਾਂ ਦੀ ਲੱਗ ਰਹੀ ਹੈ? ਗੁਲਾਮੀ ਦਾ ਪੱਟਾ ਜਾਂ ਗੁਲਾਮੀ ਦੇ ਪੱਟੇ ਵਰਗੀ ਲੱਗ ਰਹੀ ਹੈ। ਨਵੀਂ ਸੱਭਿਅਤਾ ਨੇ ਭਾਰਤ ਦੀਆਂ ਕੁੜੀਆਂ ਦੇ ਕੇਸਾਂ ਉੱਤੇ ਕੀ ਰੱਖ ਦਿੱਤਾ ਹੈ? ਕੈਂਚੀ। ਤੇ ਦੋਸਤੋ, ਇਹ ਸੀਗੀ ਕਵਿਤਾ ਨਵੀਂ ਪੁਰਾਣੀ ਤਹਿਜ਼ੀਬ। ਤੇ ਮੈਨੂੰ ਪੂਰਾ ਯਕੀਨ ਹੈ ਕਿ ਜੇ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਪੂਰਾ ਦੇਖਿਆ, ਇਸ ਪਾਠ ਨੂੰ ਚੰਗੀ ਤਰ੍ਹਾਂ ਸਮਝਿਆ, ਤੇ ਹੁਣ ਜੇ ਤੁਹਾਡੇ ਪੇਪਰ ਵਿੱਚ ਇਸ ਪਾਠ ਨੂੰ ਲੈ ਕੇ ਕੋਈ ਵੀ ਪ੍ਰਸ਼ਨ ਆਉਂਦਾ ਤਾਂ ਤੁਸੀਂ ਉਹਨੂੰ ਬਹੁਤ ਹੀ ਆਰਾਮ ਨਾਲ, ਬਹੁਤ ਹੀ ਈਜ਼ੀਲੀ ਹੱਲ ਕਰ ਸਕਦੇ ਹੋ। ਜੇ ਤੁਹਾਨੂੰ ਇਹ ਸਾਡਾ ਛੋਟਾ ਜਿਹਾ ਉਪਰਾਲਾ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਵੀ ਕਰੋ। ਤੁਹਾਡਾ ਅਗਲਾ ਪਾਠ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਉਦੋਂ ਤੱਕ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।